पंजाब अपनी होंद की लड़ाई लड़ रहा। जो कोई होंद की लड़ाई लड़ता होवे तो वो ये नहीं कहता होंदा कि मेरी इन्नी को होंद खत्म कर दो तो इन्नी रहन दो। पंजाब के लोग समझ बैठे कि ਜਿਹੜੇ 3 ਕਾਨੂੰਨ ਆ ਸਾਡੀ ਹੋਂਦ ਨੂੰ ਖਤਰਾ। ਅਸੀਂ ਇਹ ਕਹਿੰਦੇ ਕਿ ਜਿਹੜੇ 3 ਕਾਨੂੰਨ ਜਦੋਂ ਆਪਾਂ ਕਹਿੰਦੇ ਕਿ ਕਿਸਾਨਾਂ ਦੀ ਮੌਤ ਦੇ ਵਾਰੰਟ ਆ ਤੇ ਮੌਤ ਦੇ ਵਾਰੰਟ ਸੋਧੇ ਨਹੀਂ ਜਾਂਦੇ ਹੁੰਦੇ, ਉਹ ਰੱਦ ਕੀਤੇ ਜਾਂਦੇ ਹੁੰਦੇ ਆ। ਜਿਹੜੇ ਕਾਨੂੰਨ ਦਾ ਆਦੇਸ਼ ਕੰਟਰੈਕਟ ਫਾਰਮਿੰਗ ਆ ਵੀ ਕਿਸਾਨਾਂ ਤੇ ਕੰਪਨੀਆਂ ਦੇ ਵਿੱਚ ਕੰਟਰੈਕਟ ਕਰਵਾਉਣਾ ਖੇਤੀ ਦੇ ਲਈ, ਉਹਦਾ ਉਦੇਸ਼ ਤਾਂ ਉਹੀ ਰਹਿਣਾ। ਵਿੱਚੋਂ ਜੋ ਮਰਜ਼ੀ ਸੋਧ ਦੇਣ, ਅੱਜ ਉਹ ਸੋਧ ਦੇਣਗੇ, ਅੰਦੋਲਨ ਖਤਮ ਹੋ ਜਾਊਗਾ ਤੇ ਕੱਲ੍ਹ ਨੂੰ ਤਾਂ ਦੁਬਾਰਾ ਵੀ ਤਾਂ ਸੋਧ ਸਕਦੇ ਆ ਨਾ। ਹਾਲਾਂਕਿ ਜਵਾਨੀ ਦਾ ਪ੍ਰੈਸ਼ਰ ਹੈ ਉਹ ਸਾਰਿਆਂ 'ਤੇ ਆ ਅਤੇ ਯੂਨੀਅਨਾਂ ਦੇ ਆਗੂ ਵੀ ਇਹ ਗੱਲ ਮਹਿਸੂਸ ਕਰਦੇ ਆ। ਉਹ ਕਹਿੰਦੇ ਆ ਸਟੇਜਾਂ ਦੇ ਉੱਤੋਂ ਕਿ ਜਿਹੜੇ ਮੁੰਡੇ ਆਏ ਆ, ਕਦੇ ਕਦੇ ਸਾਨੂੰ ਐਂ ਲੱਗਦਾ ਹੈ ਵੀ ਉਹ ਸਾਡੇ ਵੀ ਗੱਲ ਹੈ ਜਿਹੜੀ ਸਾਡੀ ਵੀ ਗੱਲ ਨਹੀਂ ਮੰਨਦੇ। ਇਹ ਬੇਨਤੀ ਆ ਸਾਰਿਆਂ ਨੂੰ ਕਿ ਉਹ ਇਹ ਕੰਮ ਨਾ ਕਰਨ। ਅਸੀਂ ਲਗਾਤਾਰ ਸਾਡੀਆਂ ਸਾਥੀਆਂ ਦੀਆਂ ਜਾਨਾਂ ਜਾ ਰਹੀਆਂ ਨੇ। ਕਿਸੇ ਨੌਜਵਾਨ ਦਾ ਐਕਸੀਡੈਂਟ ਹੋ ਗਿਆ, ਕਿਸੇ ਦਾ ਹਾਰਟ ਫੇਲ ਹੋ ਗਿਆ। ਉਹ ਕਿਉਂ ਆ? ਉਹ ਇਸ ਸਰਦੀ ਦੀਆਂ ਰਾਤਾਂ 'ਚ ਖੁੱਲ੍ਹੇ 'ਚ ਸੌਂਦੇ ਨੇ, ਦਬਾਅ ਹੈਗਾ, ਸੰਘਰਸ਼ ਦੇ ਵਿੱਚ ਜੂਝ ਰਹੇ ਨੇ, ਆਪਣੀ ਵਿੱਤ ਤੋਂ ਵੱਧ ਜ਼ੋਰ ਲਾ ਰਹੇ ਕਿਉਂਕਿ ਮੰਨ ਰਹੇ ਕਿ ਸਾਡੀ ਹੋਂਦ ਦੀ ਲੜਾਈ ਆ। ਹੋਂਦ ਦੀ ਲੜਾਈ ਦੇ ਵਿੱਚ ਉਹ ਆਪਣੀ ਨਿੱਜੀ ਹੋਂਦ ਦੀ ਪਰਵਾਹ ਨਹੀਂ ਕਰ ਰਿਹਾ ਕੋਈ, ਇਸ ਕਰਕੇ ਆਪਣੀ ਨਿੱਜੀ ਹੋਂਦ ਵੀ ਉਹ ਕੁਰਬਾਨ ਕਰ ਰਿਹਾ। ਇਸ ਕਰਕੇ ਆਪਾਂ ਸੰਜੀਦਾ ਹੋਈਏ। ਹਰ ਰੋਜ਼ ਇੱਕ ਲਾਸ਼ ਪੰਜਾਬ ਨੂੰ ਵਾਪਸ ਜਾ ਰਹੀ ਹੈ। 15 ਦਿਨਾਂ ਦੇ ਵਿੱਚ 15 ਸਾਡੇ ਸਾਥੀਆਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਔਰ ਜਦੋਂ ਸਾਡੇ ਲੜਨ ਵਾਲੇ ਯੋਧਿਆਂ ਦੀਆਂ ਜਾਨਾਂ ਜਾਣ ਤੇ ਅਸੀਂ ਭੰਗੜੇ ਪਾਉਂਦੇ ਚੰਗੇ ਨਹੀਂ ਲੱਗਦੇ। ਅਸੀਂ ਕਿਸੇ ਨੂੰ ਤਲਖੀ ਨਾਲ ਨਹੀਂ ਕਹਿ ਸਕਦੇ ਕਿ ਤਲਖੀ ਨਾਲ ਕਵਾਂਗੇ ਉਹਦਾ ਠੀਕ ਨਹੀਂ ਨਿਕਲਣਾਗਾ। ਸਰਕਾਰ ਇਹੀ ਕੁਝ ਚਾਹੁੰਦੀ ਹੈ ਕਿ ਆਪਸ ਦੇ ਵਿੱਚ ਖਹਿਬੜਨ। ਤਾਂ ਇਹ ਬੇਨਤੀ ਹੋਈ ਹੈ ਸਾਡੀ ਨੌਜਵਾਨ ਵੀਰਾਂ ਨੂੰ ਵੀ ਇਹ ਗੱਲ ਗਾਂਹ ਤੱਕ ਪਹੁੰਚਾਉਣ ਕਿ ਸ਼ਹਾਦਤਾਂ ਹੋ ਰਹੀਆਂ ਨੇ। ਆਪਾਂ ਠਰੰਮੇ ਦੇ ਨਾਲ, ਸਬਰ ਦੇ ਨਾਲ ਬੈਠੇ ਰਹੀਏ ਔਰ ਦਿੱਲੀ ਨੂੰ ਘੇਰ ਕੇ ਇਸੇ ਤਰ੍ਹਾਂ ਬੈਠੇ ਰਹੀਏ। ਦਿੱਲੀ ਨੂੰ ਝੁਕਾ ਕੇ ਜਿਹੜਾ ਹੈਗਾ ਉਹ ਜਾਵਾਂਗੇ, ਪਰ ਉਹਦੇ ਵਾਸਤੇ ਸੰਜੀਦਗੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਮੈਂ ਨਵਰੀਤ ਸਿਵੀਆ ਤੁਹਾਡਾ ਸਵਾਗਤ ਕਰਦਾ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਕਿਸਾਨੀ ਸੰਘਰਸ਼ ਚੱਲ ਰਿਹਾ ਅਤੇ ਸਾਡੇ ਕੋਲੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ, ਹੁਣ ਉਹ ਲੀਡਰਸ਼ਿਪ ਹੈ ਜਿਹੜੀ ਉਹ ਉੱਭਰ ਕੇ ਸਾਹਮਣੇ ਹੋਰ ਵੀ ਆਈ ਆ। ਇਹ ਨਹੀਂ ਸੀ ਕਿ ਪਹਿਲਾਂ ਉਹ ਨਹੀਂ ਉੱਭਰੀ ਵੀ ਸੀ, ਉਹ ਪਹਿਲਾਂ ਵੀ ਕੰਮ ਕਰਦੇ ਸੀ, ਪਰ ਉਹਨਾਂ ਦਾ ਮਾਸ ਇੰਪੈਕਟ ਹੈ ਜਿਹੜਾ ਇਸ ਵੇਲੇ ਪ੍ਰਭਾਵ ਆ ਵੱਡੇ ਪੱਧਰ 'ਤੇ, ਉਹ ਅਸੀਂ ਦੇਖ ਰਹੇ ਹਾਂ। ਮੇਰੇ ਨਾਲ ਨੇ ਆਗੂ ਰਜਿੰਦਰ ਸਿੰਘ ਆ। ਅੱਜ ਕੱਲ੍ਹ ਬਾਈ ਦੀ ਖਾਸੀਅਤ ਇਹ ਹੈ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵੀ ਆ, ਪਰ ਅੱਜ ਕੱਲ੍ਹ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀ ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਦਿੰਦੇ ਹਾਂ ਜਾਂ ਉਹ ਮੀਡੀਆ ਕਹਿੰਦੇ ਆ ਜਿਹੜਾ ਪਹਿਲਾਂ ਗੱਲ ਨਹੀਂ ਸੀ ਕਰਦਾ, ਹੁਣ ਉਹ ਵੀ ਗੱਲ ਕਰਨ ਲੱਗਿਆ। ਅਤੇ ਜਿਹੜੀ ਕਲਿੱਪ ਬਹੁਤ ਵਾਇਰਲ ਹੋਈ ਆ ਜਿਹਦੇ ਵਿੱਚ ਕਿਸਾਨ ਆਗੂ ਪੜ੍ਹਦੇ ਜਾ ਰਹੇ ਆ ਕਾਨੂੰਨਾਂ ਦੀ, ਜਦੋਂ ਗੱਲ ਕਰਨ ਜਾ ਰਹੇ ਆ ਤਾਂ ਉਹ ਬਾਈ ਸੀਗਾ। ਅਤੇ ਸੈਕਿੰਡ, ਬਹੁਤ ਲੋਕ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਵਾਲੇ ਪੜ੍ਹੇ ਲਿਖੇ ਨਹੀਂ ਹੈਗੇ। ਮੈਂ ਉਹਨਾਂ ਨੂੰ ਦੱਸ ਦਿਆਂ ਕਿ ਬਹੁਤ ਪੜ੍ਹੇ ਲਿਖੇ ਆ। ਬਾਈ ਨੇ LLB ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਹੀ ਕਿਹਾ ਨਾ ਬਾਈ ਮੈਂ? ਹਾਂਜੀ ਸਹੀ ਕਿਹਾ ਜੀ ਤੁਸੀਂ। ਹਾਂ, ਇਹ ਬਾਈ ਦੀ ਪੜ੍ਹਾਈ ਹੈ। ਬਾਈ ਕਿੱਥੇ ਖੜਾ ਹੋਣਾ, ਕਿੱਥੇ ਜੇ ਪਹੁੰਚ ਗਿਆ ਕੰਮ? ਕਿਉਂਕਿ ਨਵੇਂ ਉਹਨਾਂ ਨੇ ਫਿਰ ਆਫਰ ਜੇ ਭੇਜੇ ਸੀਗੇ, ਆਪਾਂ ਆਫਰ ਹੀ ਕਹਾਂਗੇ ਵੀ ਉਹ ਪ੍ਰਸਤਾਵ ਕਹਿ ਦਿੰਦੇ ਆ ਵੀ ਯਾਰ ਆਹ ਗੱਲਾਂ ਅਸੀਂ ਕਰ ਦਿੰਦੇ ਹਾਂ, ਤੁਸੀਂ ਮੰਨ ਜਾਓ। ਦੇਖੋ ਨਵਰੀਤ ਜੀ, ਗੱਲ ਆ ਕਿ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਜਦੋਂ ਕੋਈ ਹੋਂਦ ਦੀ ਲੜਾਈ ਲੜਦਾ ਹੋਵੇ ਤਾਂ ਉਹ ਇਹ ਨਹੀਂ ਕਹਿੰਦਾ ਹੁੰਦਾ ਕਿ ਮੇਰੀ ਇੰਨੀ ਕੁ ਹੋਂਦ ਖਤਮ ਕਰ ਦਿਓ ਤੇ ਇੰਨੀ ਰਹਿਣ ਦਿਓ। ਪੰਜਾਬ ਦੇ ਲੋਕ ਸਮਝ ਬੈਠੇ ਕਿ ਜਿਹੜੇ 3 ਕਾਨੂੰਨ ਆ ਸਾਡੀ ਹੋਂਦ ਨੂੰ ਖਤਰਾ, ਤੇ ਹੋਂਦ ਨੂੰ ਖਤਰਾ ਸਾਰਾ ਹੀ ਖਤਮ ਕੀਤਾ ਜਾਂਦਾ ਹੁੰਦਾ। ਇਸ ਕਰਕੇ ਤਿੰਨੋਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਦੀ ਗੱਲ ਜਿਹੜੀ ਅਸੀਂ ਹੈਗੀ ਆ ਉਹ ਕਰ ਰਹੇ ਹਾਂ। ਪਹਿਲੇ ਦਿਨ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ। ਅਸੀਂ ਇਹ ਕਹਿੰਦੇ ਕਿ ਜਿਹੜੇ 3 ਕਾਨੂੰਨ ਜਦੋਂ ਆਪਾਂ ਕਹਿੰਦੇ ਕਿ ਕਿਸਾਨਾਂ ਦੀ ਮੌਤ ਦੇ ਵਾਰੰਟ ਆ ਤੇ ਮੌਤ ਦੇ ਵਾਰੰਟ ਸੋਧੇ ਨਹੀਂ ਜਾਂਦੇ ਹੁੰਦੇ, ਉਹ ਰੱਦ ਕੀਤੇ ਜਾਂਦੇ ਹੁੰਦੇ ਆ। ਤੇ ਜਿਹੜੀ ਕੱਲ੍ਹ ਉਹਨਾਂ ਨੇ ਪ੍ਰਪੋਜ਼ਲ ਭੇਜੀ ਹੈਗੀ ਆ, ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰੀ ਲਗਾਤਾਰ ਕਹਿੰਦੇ ਰਹੇ ਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਆਬਜੈਕਸ਼ਨ ਨੇ ਅਸੀਂ ਸੁਣਨ ਨੂੰ ਤਿਆਰ ਹਾਂ, ਦੂਰ ਕਰਨ ਨੂੰ ਤਿਆਰ ਹਾਂ। ਤਾਂ ਅਸੀਂ ਬਹੁਤ ਸਾਫ਼ ਕਿਹਾ ਕਿ ਜਿਹੜਾ ਇਹ ਕਾਨੂੰਨ ਆ ਇਹ ਹੈ ਹੀ ਗੈਰ ਸੰਵਿਧਾਨਕ ਆ, ਕਿਉਂਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ 3 ਸੂਚੀਆਂ ਨੇ ਕਾਨੂੰਨ ਬਣਾਉਣ ਬਾਰੇ। ਇੱਕ ਰਾਜਾਂ ਦੀ ਸੂਚੀ ਆ, ਇੱਕ ਯੂਨੀਅਨ ਦੀ ਸੂਚੀ ਆ ਔਰ ਇੱਕ ਸਮਵਰਤੀ ਸੂਚੀ ਆ। ਜਿਹੜਾ ਖੇਤੀਬਾੜੀ ਵਾਲਾ ਮਾਮਲਾ ਹੈਗਾ ਉਹ ਰਾਜਾਂ ਦੀ ਸੂਚੀ 'ਚ ਆਉਂਦਾ। ਇਹ ਸਿਰਫ ਕਿਸਾਨਾਂ ਦੇ ਖਿਲਾਫ ਕਾਨੂੰਨ ਨਹੀਂ, ਇਹ ਸੂਬਿਆਂ ਦੇ ਅਧਿਕਾਰਾਂ 'ਤੇ ਵੀ ਡਾਕਾ ਹੈਗਾ। ਇਸ ਕਰਕੇ ਇਹ ਤਿੰਨੋਂ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਹੋਣੇ ਚਾਹੀਦੇ ਆ। ਵੀ ਜਦੋਂ ਕਾਨੂੰਨ ਹੀ ਗੈਰ ਸੰਵਿਧਾਨਕ ਆ, ਕੇਂਦਰ ਸਰਕਾਰ ਕੋਲੇ ਕਾਨੂੰਨ ਬਣਾਉਣ ਦਾ ਇਹ ਅਧਿਕਾਰ ਹੀ ਨਹੀਂ ਗਾ, ਫਿਰ ਤੁਸੀਂ ਸਾਡੇ ਨਾਲ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਗਾ। ਫਿਰ ਵੀ ਉਹਨਾਂ ਨੇ ਕਿਹਾ ਸੀ ਕਲੌਜ਼ ਵਾਈਜ਼ ਜਿਹੜਾ ਡਿਸਕਸ਼ਨ ਕਰਨਾ ਸੀ, ਕਲੌਜ਼ ਵਾਈਜ਼ ਕ੍ਰਿਟੀਕ ਤਿਆਰ ਕਰਕੇ ਗਏ ਔਰ ਕੱਲੀ ਗੱਲ 'ਤੇ ਜਿਵੇਂ ਮੈਦਾਨ ਦੇ ਵਿੱਚ ਲੋਕਾਂ ਨੇ ਕੇਂਦਰ ਸਰਕਾਰ ਨੂੰ ਮਾਤ ਦਿੱਤੀ ਆ, ਟੇਬਲ ਦੇ ਉੱਪਰ ਵੀ ਅਸੀਂ ਉਹਨਾਂ ਨੂੰ ਜਿਹੜੀ ਮਾਤ ਦਿੱਤੀ ਹੈਗੀ ਆ।
ਤੇ ਹੁਣ ਜਿਹੜੀ ਸਰਕਾਰ ਹੈਗੀ ਆ ਉਹ ਪਿੱਛੇ ਤਾਂ ਹਟ ਰਹੀ ਆ, ਪਰ ਉਹਨਾਂ ਵਾਸਤੇ ਇਹ ਆ ਕਿ ਜੇ ਕਾਨੂੰਨ ਰੱਦ ਹੁੰਦੇ ਆ ਤੇ ਜਿਹੜਾ ਮੋਦੀ ਔਰਾ ਹੈਗਾ, ਮੋਦੀ ਮੈਜਿਕ ਆ, ਉਹਦਾ ਜਿਹੜਾ ਉਹ ਖਾਤਮਾ ਹੋ ਜਾਣਾ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਜਿੰਨਾ ਬਚ ਸਕਦੇ ਬਚ ਲਈਏ। ਪਰ ਇਹ ਕੀ ਕਿਸਾਨ ਜਥੇਬੰਦੀਆਂ ਵਾਲੇ ਪਾਸੇ ਕੀ ਇਹ ਗੱਲ ਨਹੀਂ ਲਾਗੂ ਹੁੰਦੀ ਵੀ ਜੇ ਕਾਨੂੰਨ ਹੈ ਜਿਹੜੇ ਤੁਹਾਨੂੰ ਲੱਗਦਾ ਵੀ ਜਿਹੜੇ ਉਹਨਾਂ ਨੇ ਆਫਰ ਦਿੱਤੇ ਆ ਵੀ ਯਾਰ ਅਸੀਂ ਐ ਬਦਲ ਦਿੰਨੇ ਆ, ਬਹੁਤ ਲੋਕ ਕਹਿੰਦੇ ਵੀ ਉਹਦੀ ਤਾਂ ਆਤਮਾ ਜਦੋਂ ਕਾਨੂੰਨ ਹੀ ਮਰ ਗਿਆ, ਤੁਸੀਂ ਆਪਦੇ ਢੰਗ ਦੇ ਨਾਲ ਉਹਦੇ 'ਚੋਂ ਜਿਹੜੀ ਤਬਦੀਲੀ ਕਰਾਉਣੀ ਆ ਕਰਾ ਲਓ, ਰੱਦ ਕਰਾਉਣ ਦਾ ਕੀ ਮੁੱਦਾ? ਫਿਰ ਇਹ ਵੀ ਇੱਕ ਅਹਿਮ ਦੀ ਲੜਾਈ ਨਾ ਬਣ ਜੂਗੀ ਕਦੇ? ਨਹੀਂ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਨਵਰੀਤ, 1 ਲੀਟਰ ਜ਼ਹਿਰ ਦਾ ਕੋਈ ਇਹ ਕਹਿੰਦਾ ਕਿ ਮੈਂ ਚੋਂ 980 ml ਜ਼ਹਿਰ ਕੱਢ ਦਿੰਨਾ, 20 ml ਰਹਿਣ ਦਿੰਨਾ, ਉਸ ਜ਼ਹਿਰ ਵਾਲੇ ਲੀਟਰ 'ਚ ਜੋ ਵੀ ਚੀਜ਼ ਪਊਗੀ ਉਹ ਜ਼ਹਿਰੀਲੀ ਹੋ ਜੂਗੀ। ਇਸ ਕਰਕੇ ਅਸੀਂ ਜ਼ਹਿਰ ਨੂੰ ਮੁੱਢੋਂ ਸੁੱਢੋਂ ਖਤਮ ਕਰਨਾ ਚਾਹੁੰਦੇ ਆ। ਦੂਸਰੀ ਗੱਲ ਜਿਹੜੀ ਸਮਝਣ ਦੀ ਜ਼ਰੂਰਤ ਆ, ਕਾਨੂੰਨ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਗਿਰੀ ਕੱਢਦੇ ਨੇ, ਖੋਲ ਰਹਿਣ ਦਿੰਦੇ ਆ। ਕਾਨੂੰਨ ਦਾ, ਮੈਂ ਬਤੌਰ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਇਹ ਗੱਲ ਸਮਝਦਾ ਕਿ ਜਿਹੜਾ ਕਾਨੂੰਨ ਆ ਉਹਦਾ ਇੱਕ ਆਬਜੈਕਟਿਵ ਹੁੰਦਾ, ਉਦੇਸ਼ ਹੁੰਦਾ। ਜਿਹੜੇ ਕਾਨੂੰਨ ਦਾ ਉਦੇਸ਼ ਕੰਟਰੈਕਟ ਫਾਰਮਿੰਗ ਆ, ਵੀ ਕਿਸਾਨਾਂ ਤੇ ਕੰਪਨੀਆਂ ਦੇ ਵਿੱਚ ਕੰਟਰੈਕਟ ਕਰਵਾਉਣਾ ਖੇਤੀ ਦੇ ਲਈ, ਉਹਦਾ ਉਦੇਸ਼ ਤਾਂ ਉਹੀ ਰਹਿਣਾ। ਵਿੱਚੋਂ ਜੋ ਮਰਜ਼ੀ ਸੋਧ ਦੇਣ, ਅੱਜ ਉਹ ਸੋਧ ਦੇਣਗੇ, ਅੰਦੋਲਨ ਖਤਮ ਹੋ ਜਾਊਗਾ ਤੇ ਕੱਲ੍ਹ ਨੂੰ ਤਾਂ ਦੁਬਾਰਾ ਵੀ ਤਾਂ ਸੋਧ ਸਕਦੇ ਆ ਨਾ। ਸੋਧਾਂ ਕਰਕੇ ਜਿਹੜਾ ਹੈਗਾ ਉਹਨੂੰ ਫਿਰ ਰੀਇਨਸਟੇਟ ਕਰ ਸਕਦੇ ਉਹਨਾਂ ਚੀਜ਼ਾਂ ਨੂੰ। ਇਸ ਕਰਕੇ ਇਸ ਕਾਨੂੰਨ ਨੂੰ ਜਿਹੜੀ ਮੁੱਢੋਂ ਰੱਦ ਕਰਾਉਣ ਦੀ ਜਿਹੜੀ ਲੜਾਈ ਆ, ਉਹਨਾਂ ਨੂੰ ਐ ਲੱਗਦਾ ਕਿ ਜੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਨਾਲ ਅੱਜ ਹਰਿਆਣਾ ਪੂਰਾ ਦੇਸ਼ ਖੜਾ ਹੋ ਗਿਆ, ਜੇ ਇਹ ਜਿੱਤ ਕੇ ਜਾਂਦੇ ਆ, ਮਾਮਲਾ ਕਾਨੂੰਨ ਦਾ ਨਹੀਂ ਹੈ, ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਸਰਕਾਰ ਨੂੰ ਲੱਗਦਾ ਕਿ 7 ਸਾਲਾਂ 'ਚ ਜਿਹੜਾ ਉਹਨੇ ਦਹਿਸ਼ਤ ਦਾ ਰਾਜ ਉਸਾਰਿਆ, ਜਿਹੜਾ ਕਹਿੰਦਾ ਸੀ ਕਿ ਬਹੁਤ ਮਜ਼ਬੂਤ ਲੀਡਰ ਆ ਮੋਦੀ, ਨੋਟਬੰਦੀ ਕਰਤੀ, ਲੋਕ ਲਾਈਨਾਂ 'ਚ ਖੜ ਕੇ ਤੜਫ ਕੇ ਮਰ ਗਏ, ਫੈਸਲਾ ਵਾਪਸ ਨਹੀਂ ਲਿਆ। GST ਨੇ ਛੋਟੇ ਕਾਰੋਬਾਰੀ, ਦੁਕਾਨਦਾਰ, ਵਪਾਰੀ ਤਬਾਹ ਕਰਤੇ, ਫੈਸਲਾ ਵਾਪਸ ਨਹੀਂ ਲਿਆ। ਕਸ਼ਮੀਰ ਦੇ 3 ਟੋਟੇ ਕਰਤੇ, ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾਤਾ, ਲੋਕ ਤੜਫ ਕੇ ਮਰੇ ਆ, ਛੋਟੇ ਬੱਚਿਆਂ ਦੀਆਂ ਅੱਖਾਂ 'ਚ ਗੋਲੀਆਂ ਦੇ ਛਰਰੇ ਸਾਰੀ ਦੁਨੀਆ ਨੇ ਦੇਖਿਆ, ਪੂਰੀ ਦੁਨੀਆ 'ਚ ਰੌਲਾ ਪਿਆ, ਕੌਮਾਂਤਰੀ ਪੱਧਰ ਦਾ ਮੁੱਦਾ ਬਣਿਆ। ਮੋਦੀ ਪਿੱਛੇ ਨਹੀਂ ਹਟਿਆ। ਇੱਥੇ ਇਹ ਹੈਗਾ ਕਿ ਜਿਹੜੇ ਪਰਸਨਲ ਲਾਜ਼ ਨੇ, ਠੀਕ ਆ, ਉਹਨਾਂ ਨੂੰ ਜਿਹੜਾ ਹੈਗਾ ਪਰਸਨਲ ਲਾਜ਼, ਇੱਥੇ ਇਸ ਹਿੰਦੁਸਤਾਨ ਦਾ ਕਾਨੂੰਨ ਉਹਨਾਂ ਨੂੰ ਮਾਨਤਾ ਦਿੰਦਾ। ਹੁਣ ਇੱਥੇ ਕੀ ਕੀਤਾ ਗਿਆ ਕਿ ਮੁਸਲਿਮ ਭਾਈਚਾਰੇ ਦਾ ਜਿਹੜਾ ਟ੍ਰਿਪਲ ਲਾਜ਼ ਦਾ ਸੀਗਾ, ਇੱਕ ਤਾਂ ਉਹਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਆਜ਼ਾਦ ਨੇ। ਪਹਿਲੀ ਤਾਂ ਗੱਲ ਕਿ 3 ਤਲਾਕਾਂ ਵਾਲੀ ਗੱਲ ਦੇ ਨਾਂ 'ਤੇ ਉਹਨੂੰ ਆਜ਼ਾਦ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਦੂਜੇ ਤੀਜੇ ਵਿਆਹ ਹਰ ਪਾਸੇ ਹੁੰਦੇ ਆ। ਟ੍ਰਿਪਲ ਤਲਾਕ ਦਾ ਜਿਹੜਾ ਸੀਗਾ ਉਹਨੂੰ ਰੋਕਣ ਵਾਸਤੇ ਕਾਨੂੰਨ ਲਿਆ ਕੇ ਇਹ ਰੌਲਾ ਪਿਆ, ਪਿੱਛੇ ਨਹੀਂ ਹਟੇ। ਬਾਬਰੀ ਮਸਜਿਦ ਵਾਲਾ ਮਾਮਲਾ ਸੀਗਾ, ਯਾਨੀ ਕਿ ਉਹ ਅੱਜ ਤੱਕ ਕਦੇ ਪਿੱਛੇ ਨਹੀਂ ਹਟੇ, ਤੇ ਪਹਿਲੀ ਵਾਰੀ ਆ ਕਿ ਉਹਨਾਂ ਨੂੰ ਪਿੱਛੇ ਹਟਣਾ ਪੈ ਰਿਹਾ। ਕੁਛ ਲੋਕ ਕਹਿੰਦੇ ਕਿ ਇੰਨੀਆਂ ਮੀਟਿੰਗਾਂ ਕਰ ਰਹੇ ਆ, ਤੁਸੀਂ ਇਹ ਦੇਖੋ ਕਿ ਸਮਝਾਉਣ ਤੋਂ ਸ਼ੁਰੂ ਹੋਈਆਂ ਮੀਟਿੰਗਾਂ, ਸਾਨੂੰ ਸਮਝਾਉਣ ਵਾਸਤੇ ਮੀਟਿੰਗਾਂ ਸ਼ੁਰੂ ਕੀਤੀਆਂ, ਉਹਨਾਂ ਨੂੰ ਇੰਨਾ ਸਮਝਾਤਾ ਕਿ ਹੁਣ ਕਹਿੰਦੇ ਕਾਨੂੰਨ ਗਲਤ ਆ, ਇਹ ਸੋਧ ਦਿੰਨੇ ਆ, ਤੇ ਰੱਦ ਕਰਨ ਵਾਲੇ ਪਾਸੇ ਵੀ ਜਿਹੜੇ ਹੈਗੇ ਆ ਉਹ ਤੁਰ ਰਹੇ ਆ। ਤੁਸੀਂ ਬੜਾ ਸੁਣਿਆ ਹੋਣਾ ਜਦੋਂ ਨਾਗਰਿਕਤਾ ਸੋਧ ਕਾਨੂੰਨ ਸੀ ਦਾ ਆਇਆ, ਅਮਿਤ ਸ਼ਾਹ ਹੋਰੀ ਕਹਿੰਦੇ ਸੀ ਕਿ ਆਪ ਕਰੋਨੋਲੋਜੀ ਸਮਝ ਲੀਜੀਏ। ਅਸੀਂ ਵੀ ਕਿਹਾ ਸੀ ਕਿ ਆਪ ਵੀ ਕਰੋਨੋਲੋਜੀ ਸਮਝ ਲੀਜੀਏ। ਪਹਿਲੀ ਮੀਟਿੰਗ ਖੇਤੀਬਾੜੀ ਸੈਕਟਰੀ ਕਰਦਾ, ਫਿਰ ਖੇਤੀਬਾੜੀ ਮੰਤਰੀ ਕਰਦਾ, ਫਿਰ ਅਮਿਤ ਸ਼ਾਹ ਕਰਦਾ, ਤੇ ਇੱਕ ਮੀਟਿੰਗ 'ਚ ਪਹਿਲਾਂ ਖੇਤੀਬਾੜੀ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਕਰਦਾ। ਇਹ ਆਪ ਵੀ ਕਰੋਨੋਲੋਜੀ ਸਮਝ ਲੀਜੀਏ ਵੀ ਗੱਲ ਕਿੱਧਰ ਨੂੰ ਜਾ ਰਹੀ ਹੈਗੀ ਆ। ਇਹ ਲੋਕਾਂ ਦੀ ਤਾਕਤ ਆ ਕਿ ਲੋਕ ਜਿਹੜੇ ਹੈਗੇ ਆ ਉਹ ਇੰਨੇ ਅੱਕੇ ਹੋਏ ਆ, ਬੁਰੇ ਤਰ੍ਹਾਂ ਤਬਾਹ ਕੀਤੇ ਇਹਨਾਂ ਨੇ। ਜਿਹੜੇ ਇੱਥੋਂ ਦੇ ਲੋਕਾਂ ਨੂੰ ਲੱਗਦਾ ਸੀ ਵੀ ਕੋਈ ਆਪੋਜੀਸ਼ਨ ਪਾਰਟੀ ਹਰਾ ਨਹੀਂ ਸਕਦੀ ਮੋਦੀ ਨੂੰ, ਇਹਨੂੰ ਝੁਕਾ ਨਹੀਂ ਸਕਦੀ, ਇੱਕ ਲੋਕਾਂ ਦੀ ਲਹਿਰ ਉੱਠੀ ਜਿਹੜੀ ਖੇਤੀ ਕਾਨੂੰਨਾਂ ਤੋਂ ਸ਼ੁਰੂ ਹੋਈ। ਲੋਕਾਂ ਨੂੰ ਲੱਗਦਾ ਕਿ ਇਹ ਦਹਿਸ਼ਤ ਦਾ ਰਾਜ ਉਹਨੂੰ ਖਤਮ ਕਰ ਦੇਣਗੇ। ਇਸ ਕਰਕੇ ਸਾਰੇ ਲੋਕ ਇਸ ਮੂਵਮੈਂਟ ਦੀ ਹਮਾਇਤ 'ਤੇ ਆ, ਤੇ ਇਹ ਹੁਣ ਕਿਸਾਨਾਂ ਦੀ ਨਹੀਂ, ਇਹ ਲੋਕਾਂ ਦੀ ਮੂਵਮੈਂਟ ਬਣ ਚੁੱਕੀ ਆ। ਹੁਣ ਇਹ ਮੂਵਮੈਂਟ ਦੀ ਕਰੋਨੋਲੋਜੀ ਕੀ ਹੋਣ ਵਾਲੀ ਆ ਆਉਣ ਵਾਲੇ ਦਿਨਾਂ 'ਚ? ਕਿਵੇਂ ਕੋਈ ਕੀ ਰੋਡ ਮੈਪ ਆ ਆਉਣ ਵਾਲੇ ਕੋਈ 15-20 ਤਾਂ ਘੱਟੋ ਘੱਟ ਦਿਨਾਂ ਦਾ ਕੁਝ ਹੋਊਗਾ ਨਾ ਕਿ ਯਾਰ ਅਸੀਂ ਐਂ ਕਰਨਾ, ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਐਂ ਹੋਣਗੀਆਂ? ਦੇਖੋ, ਇਹਦੀ ਕਰੋਨੋਲੋਜੀ ਮੈਂ ਤੁਹਾਨੂੰ ਇਹ ਦੱਸਦਾ ਕਿ ਇਹਦੀ ਜੇ ਕਲਮੀਨੇਸ਼ਨ ਦੀ ਗੱਲ ਕਰੀਏ, ਲੋਕ ਇੱਕ ਇਤਿਹਾਸਕ ਜਿੱਤ ਵੱਲ ਵੱਧ ਰਹੇ ਆ, ਔਰ ਮੋਦੀ ਹੁਕੂਮਤ ਇੱਕ ਇਤਿਹਾਸਕ ਹਾਰ ਵਾਲੇ ਪਾਸੇ ਵੱਧ ਰਹੀ ਹੈ। ਅਸਰ ਇੰਨਾ ਪਿਆ ਕਿ ਦੇਖੋ, ਮੁਗਲਾਂ ਖਿਲਾਫ ਲੜਾਈ ਹੋਈ, ਪੰਜਾਬੀਆਂ ਨੇ ਅਗਵਾਈ ਕੀਤੀ, ਅੰਗਰੇਜ਼ਾਂ ਖਿਲਾਫ ਲੜਾਈ ਹੋਈ, ਪੰਜਾਬੀਆਂ ਨੇ ਅਗਵਾਈ ਕੀਤੀ, ਤੇ ਹੁਣ ਜਿਹੜਾ ਇਹ ਬਾਦਸ਼ਾਹ, ਇੱਕ ਵੀ ਸਹੀ ਦਾ ਬਾਦਸ਼ਾਹ ਬੈਠਾ ਇਸ ਅਖੌਤੀ ਜਮਹੂਰੀਅਤ ਦੇ ਵਿੱਚ, ਉਹਦੇ ਖਿਲਾਫ ਲੜਾਈ ਲੜੀ, ਪੰਜਾਬੀਆਂ ਨੇ ਅਗਵਾਈ ਕੀਤੀ। ਮੈਂ ਤੁਹਾਨੂੰ ਇੱਕ ਬੜੀ ਛੋਟੀ ਜਿਹੀ ਗੱਲ ਦੱਸਾਂ, ਸਾਂਝੀ ਮੀਟਿੰਗ ਹੋਈ, ਉਹਦੇ 'ਚ ਹਰਿਆਣੇ ਦੇ ਇੱਕ ਕਿਸਾਨ ਨੇ ਆਗੂ ਨੇ ਕਿਹਾ ਕਿ ਆਪਾਂ ਸਿੰਘੂ ਬੈਠੇ ਆ, ਜਿਹੜਾ ਨੇੜਲਾ 100-150 ਪਿੰਡ ਆ, ਪਿੰਡਾਂ 'ਚ ਚੱਲੀਏ ਆਪਾਂ, ਤੇ ਲੋਕਾਂ ਨੂੰ ਕਹੀਏ ਵੀ ਰਾਸ਼ਨ ਤਾਂ ਬਹੁਤ ਆ ਗਿਆ, ਵੀ ਤੁਸੀਂ ਟਰਾਲੀਆਂ ਭਰ ਕੇ ਆਓ,
ਤੇ ਸਾਡੇ ਨਾਲ ਜਿਹੜੇ ਪੰਜਾਬ ਦੇ ਕਿਸਾਨ ਹੋਣ, ਅਸੀਂ ਕਿਹਾ ਵੀ ਆਪਾਂ ਇੱਥੇ ਦਿਨ ਰਾਤ ਲੱਗੇ ਹੋਏ ਆ, ਇੰਨਾ ਕੰਮ ਆ ਵੀ ਬੜਾ ਮੁਸ਼ਕਲ ਹੋਊਗਾ ਵੀ 100-150 ਪਿੰਡਾਂ ਜਾਣਾ, ਆਪਾਂ ਇੰਨਾ ਕੁਝ ਸੰਭਾਲਣ ਵਾਲਾ ਆਪਣੇ। ਉਹ ਕਹਿੰਦੇ ਨਹੀਂ ਵੀ ਤੁਸੀਂ ਆਓ ਨਾਲ ਜਿਨ੍ਹਾਂ ਦੇ ਪੱਗਾਂ ਬੰਨੀਆਂ ਹੋਣ, ਵੀ ਜਦੋਂ ਤੁਸੀਂ ਪੰਜਾਬ 'ਚੋਂ ਤੁਰੇ ਆ, ਹਰਿਆਣੇ 'ਚ ਇੰਨਾ ਉਤਸ਼ਾਹ ਸੀਗਾ ਕਿ ਹਰਿਆਣੇ ਦੇ ਲੋਕ ਸਮਝਦੇ ਵੀ ਸ਼ਾਇਦ ਗਦਰੀ ਬਾਬੇ ਦੁਬਾਰਾ ਆ ਗਏ ਆ। ਇਹ ਹਰਿਆਣੇ ਦੇ ਇੱਕ ਕਿਸਾਨ ਆਗੂ ਦਾ ਕਹਿਣਾ, ਔਰ ਹਰਿਆਣਵੀਆਂ ਦਾ ਇਹ ਕਹਿਣਾ ਕਿ ਪੰਜਾਬ ਹਮਾਰਾ ਬੜਾ ਭਾਈ ਹੈ, ਜੋ ਇਸकी ਤਰਫ ਉਂਗਲੀ ਉਠਾਏਗਾ ਉਸका हाथ काट देंगे। ਇਹ ਗੱਲਾਂ ਜਿਹੜੀਆਂ ਨੇ ਸਾਰੀਆਂ ਹੀ ਬੜੀਆਂ ਕਮਾਲ ਦੀਆਂ ਹੋ ਰਹੀਆਂ ਨੇ। ਔਰ ਇਹ ਕਰੋਨੋਲੋਜੀ ਇਹ ਆ ਕਿ ਜਿਹੜਾ ਇੱਥੇ ਜਿਹੜੀ ਪੋਲੀਟੀਕਲ ਸਪੇਸ ਖੋਈ ਗਈ ਸੀ ਲੋਕਾਂ ਤੋਂ, ਉਹ ਲੋਕਾਂ ਨੇ ਰੀਕਲੇਮ ਕਰਨੀ ਆ ਤੇ ਬੋਲਣ ਤੇ ਲਿਖਣ ਤੇ ਜਿੰਨੀ ਕੁ ਪਹਿਲਾਂ ਆਜ਼ਾਦੀ ਸੀ ਲੋਕ ਦੁਬਾਰਾ ਹਾਸਲ ਕਰਨਗੇ ਇਸ ਘੋਲ ਦੀ ਜਿੱਤ ਦੇ ਨਾਲ। ਬਹੁਤ ਵਿਚਾਰਧਾਰਾਵਾਂ ਦੇ ਲੋਕ ਆਏ ਵੇ ਆ, ਹਰੇਕ ਦਾ ਅੱਡ ਯਕੀਨ ਹੁੰਦਾ ਹੈਗਾ। ਕਦੇ ਕਦੇ ਲੱਗਦਾ ਕਿ ਉਹਨਾਂ 'ਚੋਂ ਕੋਈ ਧਾਰਾ ਐਕਸਟ੍ਰੀਮ ਨਾ ਹੋ ਜੇ, ਹਾਲਾਂਕਿ ਜਵਾਨੀ ਦਾ ਪ੍ਰੈਸ਼ਰ ਹੈ ਉਹ ਸਾਰਿਆਂ 'ਤੇ ਆ। ਤੇ ਯੂਨੀਅਨਾਂ ਦੇ ਆਗੂ ਵੀ ਇਹ ਗੱਲ ਮਹਿਸੂਸ ਕਰਦੇ ਆ, ਉਹ ਕਹਿੰਦੇ ਆ ਸਟੇਜਾਂ ਦੇ ਉੱਤੋਂ ਕਿ ਜਿਹੜੇ ਮੁੰਡੇ ਆਏ ਆ, ਕਦੇ ਕਦੇ ਸਾਨੂੰ ਐਂ ਲੱਗਦਾ ਹੈ ਵੀ ਉਹ ਸਾਡੇ ਵੀ ਗੱਲ ਹੈ ਜਿਹੜੀ ਸਾਡੀ ਵੀ ਗੱਲ ਨਹੀਂ ਮੰਨਦੇ। ਨਹੀਂ ਦੇਖੋ, ਦੋ ਗੱਲਾਂ ਨੇ। ਇੱਕ ਤਾਂ ਪਹਿਲਾਂ ਤਾਂ ਮੈਂ ਇਸ ਗੱਲ ਤੋਂ ਕਲੀਅਰ ਕਰਾਂ, ਜਿਹੜਾ ਗੱਲ ਰਹਿ ਗਈ ਦੁਬਾਰਾ ਪੁੱਛ ਲਿਓ ਜੀ। ਜਿੱਥੋਂ ਤੱਕ ਨੌਜਵਾਨਾਂ ਦੇ ਪ੍ਰੈਸ਼ਰ ਦੀ ਗੱਲ ਆ, ਜੇ ਕੋਈ ਯੂਨੀਅਨ ਇੱਦਾਂ ਮੰਨਦੀ ਆ ਤੇ ਮੈਂ ਤਾਂ ਇਸ ਗੱਲ ਨੂੰ ਠੀਕ ਨਹੀਂ ਮੰਨਦਾ ਗਾ। ਦੇਖੋ ਨੌਜਵਾਨ, ਅਸੀਂ ਤਾਂ ਕਿਰਤੀ ਕਿਸਾਨ ਯੂਨੀਅਨ ਨੇ ਆਪਣਾ ਯੂਥ ਵਿੰਗ ਬਣਾਇਆ। ਜਦੋਂ ਨੌਜਵਾਨ ਲੱਗਦਾ ਕਿ ਤੁਸੀਂ ਸਾਨੂੰ ਆ ਕੇ ਫੈਸਲਾ ਸੁਣਾ ਦਿੱਤਾ, ਸਾਡੀ ਰਾਏ ਨਹੀਂ ਲਈਗੀ, ਇਹ ਨੌਜਵਾਨਾਂ ਦੇ ਸਿਆਣੇ ਹੋਣ ਦੀ ਨਿਸ਼ਾਨੀ ਆ ਕਿ ਉਹ ਡਿਸੀਜਨ ਮੇਕਿੰਗ ਦੇ ਵਿੱਚ ਆਪਣੀ ਸਪੇਸ ਪਾਲਦੇ ਆ। ਇਸ ਗੱਲ ਨੂੰ ਇੱਦਾਂ ਲਾਓ ਨਾ ਕਿ ਨੌਜਵਾਨ ਅੰਧ ਭਗਤ ਨਹੀਂ ਹੈ, ਨੌਜਵਾਨ ਸਮਝਣਾ ਚਾਹੁੰਦਾ ਕਿ ਮੂਵਮੈਂਟ ਕਿਹੜੇ ਪਾਸੇ ਜਾ ਰਹੀ ਹੈ। ਉਹਦੇ ਸਵਾਲ ਆ, ਉਹਨੂੰ ਜਵਾਬ ਦਿਓ, ਉਹਨੂੰ ਸਮਝਾਓ ਕਿ ਮੂਵਮੈਂਟ ਆਪਾਂ ਕਿਹੜੇ ਪਾਸੇ ਲੈ ਕੇ ਜਾਣੀ ਆ। ਜਦੋਂ ਉਸ ਦਿਨ ਬੈਰੀਗੇਡ ਤੋੜਦੇ ਆਏ ਅਸੀਂ ਟਿੱਕਰੀ ਬਾਰਡਰ ਤੇ 40 ਮਿੰਟ ਝੜਪ ਚੱਲੀ, ਬਹੁਤ ਸਾਰੇ ਨੌਜਵਾਨ ਜਦੋਂ ਸੀਗੇ, ਅਸੀਂ ਉਹਨਾਂ ਨੂੰ ਉੱਥੇ ਝੜਪ ਤੋਂ ਬਾਅਦ ਬੈਠੇ, ਟਿਕਾਇਆ, ਬੋਲੇ। ਕਈ ਨੌਜਵਾਨ ਬੜੀ ਤੜਖੀ ਸੀਗੇ ਵੀ ਆਪਾਂ ਅੱਗੇ ਜਾਣਾ। ਮੈਂ ਕਿਹਾ ਵੀ ਸਰਕਾਰ ਨਾਲ ਗੱਲਬਾਤ ਚੱਲ ਰਹੀ, ਅੱਗੇ ਚਲੇ ਜਾਵਾਂਗੇ। ਪਰ ਮੈਂ ਤੁਹਾਡੇ ਸਾਹਮਣੇ ਦੋ ਗੱਲਾਂ ਰੱਖਣੀਆਂ ਚਾਹੁੰਦਾ, ਅੱਗੇ ਜਾਣ ਦਾ ਫੈਸਲਾ ਹੋ ਜਾਊਗਾ, ਜਾਵਾਂਗੇ। ਪਰ ਇੱਕ ਸਮਝ ਲਓ ਕਿ ਸਾਡੀ ਇਹ ਸਮਝ ਆ ਕਿ ਆਪਾਂ ਹੁਣ ਦਿੱਲੀ ਤੱਕ ਪਹੁੰਚ ਗਏ ਆ। ਉਧਰ ਸਿੰਘੂ ਆਪਣੇ ਸਾਥੀ ਇਕੱਠੇ ਹੋ ਗਏ, ਇੱਧਰ ਟਿੱਕਰੀ ਇਕੱਠੇ ਹੋ ਗਏ, ਦਿੱਲੀ ਨੂੰ ਘੇਰ ਗਏ ਆਪਾਂ। ਸਾਡੀ ਇਹ ਸਮਝ ਆ ਤੁਸੀਂ ਮੈਦਾਨ 'ਚ ਜਾ ਕੇ ਬੈਠੇ ਰਹੋਗੇ, ਮਹੀਨਿਆਂ ਬਾਅਦ ਤੁਹਾਡਾ ਕੋਈ ਅਸਰ ਨਹੀਂ ਹੋਣਾਗਾ। ਤੇ ਜੇ ਦਿੱਲੀ ਘੇਰਾਂਗੇ ਤਾਂ ਦਿੱਲੀ ਦੇ ਸਰਕਾਰ ਤੇ ਜਿਹੜਾ ਦਬਾਅ ਪਊਗਾ, ਫੈਸਲਾ ਜੋ ਵੀ ਆਊਗਾ ਲਾਗੂ ਕਰਾਂਗੇ। ਤੁਸੀਂ ਸੋਚ ਲਓ। ਔਰ ਅੱਧੇ ਘੰਟੇ ਬਾਅਦ ਉਹ ਨੌਜਵਾਨ ਜਿਹੜੇ ਸੀਗੇ ਮੈਨੂੰ ਮਿਲੇ, ਮੈਨੂੰ ਆਵਾਜ਼ ਮਾਰੀ, ਉਹ ਇਕੱਠੇ ਹੋਏ ਵੀ ਸੀਗੇ, ਕਹਿੰਦੇ ਤੁਹਾਡੀ ਗੱਲ ਅਸੀਂ ਵਿਚਾਰੀ, ਬਿਲਕੁਲ ਠੀਕ ਆ, ਸਾਨੂੰ ਦਿੱਲੀ ਘੇਰਨੀ ਚਾਹੀਦੀ ਆ। ਹੁਣ ਅਸੀਂ ਕਿੱਦਾਂ ਕਹਿ ਦਈਏ ਕਿ ਨੌਜਵਾਨਾਂ ਦਾ ਪ੍ਰੈਸ਼ਰ ਆ? ਤੁਸੀਂ ਜਦੋਂ ਅਸੀਂ ਉਹਨਾਂ ਨਾਲ ਡਾਇਲੋਗ ਕਰਾਂਗੇ, ਦੱਸਾਂਗੇ ਕਿ ਆਹ ਗੱਲ ਆ, ਅਸੀਂ ਕਿਹੜਾ ਬੁੜੇ ਆ, ਅਸੀਂ ਵੀ ਤਾਂ ਨੌਜਵਾਨ ਆ ਨਾ। ਤਾਂ ਇਹ ਨਹੀਂ ਹੈਗੀ ਕਿ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ, ਨਵੇਂ ਵਿਚਾਰਾਂ ਨੂੰ ਹਮੇਸ਼ਾ ਜੀ ਆਇਆਂ ਕਹਿਣਾ ਚਾਹੀਦਾ। ਜਿਹੜੇ ਲੋਕ ਨਵੀਆਂ ਚੀਜ਼ਾਂ ਨੂੰ ਜੀ ਆਇਆਂ ਨਹੀਂ ਕਹਿੰਦੇਗੇ, ਉਹ ਰੂੜੀਵਾਦੀ ਹੁੰਦੇ ਆ, ਉਹ ਅਗਾਂਹ ਵਧੂ ਨਹੀਂ ਹੁੰਦੇ। ਇੱਕ ਨਵੀਂ ਚੀਜ਼ ਹੋਰ ਵੀ ਆ, ਸੰਗੀਤ ਦਾ ਵੀ ਰੋਲ ਹੈਗਾ ਗਾ। ਪੰਜਾਬ ਦੇ ਸੰਘਰਸ਼ ਨੂੰ ਬੋਲ ਦਿੱਤੇ ਕਈ ਲੇਖਕਾਂ ਨੇ, ਕਈ ਗਾਇਕਾਂ ਨੇ। ਦਿਲ ਨੂੰ ਦਿੱਲੀ ਇਹ ਇਕੱਠ ਪਰੇਸ਼ਾਨ ਕਰੂਗਾ, ਇੱਕ ਜਿਵੇਂ ਐਂਥਮ ਬਣ ਗਿਆ, ਪੂਰੇ ਇਹਦੀ ਆਵਾਜ਼ ਜੀ ਬਣਿਆ ਉਹ ਗੀਤ। ਤੇ ਜਵਾਨੀ ਜਿੰਦਾਬਾਦ, ਹੋਰ ਵੀ ਬਹੁਤ ਸਾਰੇ ਚੰਗੀਆਂ ਗੱਲਾਂ ਆਈਆਂ। ਤੇ ਉਹੀ ਕਲਾਕਾਰ ਸਮਝਾਉਂਦੇ ਵੀ ਆ ਵੀ ਭਰਾਵੋ ਆਪਾਂ ਐ ਨਹੀਂ ਰਹਿਣਾ, ਆਪਾਂ ਟਿਕ ਕੇ ਰਹਿਣਾ, ਸ਼ਾਂਤੀ 'ਚ ਰਹਿਣਾ, ਆਪਾਂ ਪੂਰੇ ਜ਼ਾਬਤੇ 'ਚ ਰਹਿਣਾਗਾ। ਪਰ ਇਹਦੇ ਨਾਲ ਹੁਣ ਥੋੜ੍ਹੀ ਜੀ ਆਥਣ ਵੇਲੇ ਕਈ ਬਾਰਡਰਾਂ ਦੇ ਉੱਤੇ ਜਿਹਨੂੰ ਲੈ ਕੇ ਸਾਰੇ ਚਿੰਤਤ ਆ, ਸਥਿਤੀ ਜਿਹੜੀ ਆਹ ਭੰਗੜੇ ਵਾਲੀ ਬਣ ਜਾਂਦੀ ਆ ਜਾਂ ਜ਼ਿਆਦਾ ਹੀ ਹਾਈ ਵੋਲੀਅਮ ਦੀ ਬਣ ਜਾਂਦੀ ਆ, ਬੂਫਰਾਂ ਵਾਲੀ ਬਣ ਜਾਂਦੀ ਆ। ਇਹ ਤੋਂ ਵੀ ਤਾਂ ਮੈਨੂੰ ਲੱਗਦਾ ਵੀ ਜਿੱਥੇ ਯੂਨੀਅਨਾਂ ਦੇ, ਤੁਸੀਂ ਤਾਂ ਯੂਨੀਅਨਾਂ ਦੇ ਆਗੂ ਹੋ, ਜਿਹੜੇ ਵਿੱਚ ਬੈਠੇ ਬਜ਼ੁਰਗ ਵੀ ਆ, ਉਹਨਾਂ ਨਾਲ ਵੀ ਜਦੋਂ ਗੱਲ ਹੁੰਦੀ ਹੈ ਨਾ, ਉਹ ਵੀ ਕਹਿੰਦੇ ਆ ਵੀ ਰਾਜੇ ਯਾਰ ਥੋੜ੍ਹਾ ਜਿਹਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਦੇਖੋ ਨਵਰੀਤ ਜੀ, ਗੱਲ ਇਹ ਕਿ ਜਦੋਂ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਹਰ ਰੋਜ਼ ਇੱਕ ਲਾਸ਼ ਪੰਜਾਬ ਨੂੰ ਵਾਪਸ ਜਾ ਰਹੀ ਆ। 15 ਦਿਨਾਂ ਦੇ ਵਿੱਚ 15 ਸਾਡੇ ਸਾਥੀਆਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਔਰ ਜਦੋਂ ਸਾਡੇ ਲੜਨ ਵਾਲੇ ਯੋਧਿਆਂ ਦੀਆਂ ਜਾਨਾਂ ਜਾਣ ਤੇ ਅਸੀਂ ਭੰਗੜੇ ਪਾਉਂਦੇ ਚੰਗੇ ਨਹੀਂ ਲੱਗਦੇਗੇ। ਤਾਂ ਇਹ ਤਾਂ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਨੌਜਵਾਨ ਵੀਰਾਂ ਨੂੰ। ਹੋ ਸਕਦਾ ਕਈ ਦੂਰ ਦਰਾਡੇ ਹੁੰਦੇ, ਸਟੇਜ ਤੋਂ ਨਹੀਂ ਗੱਲ ਪਹੁੰਚਦੀ ਹੈਗੀ ਕਿ ਅਸੀਂ ਕਿਸੇ ਨੂੰ ਗੈਰ ਜ਼ਿੰਮੇਵਾਰ ਨਹੀਂ ਕਹਿ ਸਕਦੇ ਕਿ ਸਾਰੇ ਸਾਡੇ ਸੰਘਰਸ਼ ਦਾ ਹਿੱਸਾ ਨੇ, ਨਵੇਂ ਵੀ ਨੇ, ਹੌਲੀ ਹੌਲੀ ਸਿੱਖਣਗੇ। ਤਾਂ ਇਹ ਬੇਨਤੀ ਆ ਸਾਰਿਆਂ ਨੂੰ ਕਿ ਉਹ ਇਹ ਕੰਮ ਨਾ ਕਰਨ। ਅਸੀਂ ਲਗਾਤਾਰ ਸਾਡੀਆਂ ਸਾਥੀਆਂ ਦੀਆਂ ਜਾਨਾਂ ਜਾ ਰਹੀਆਂ ਨੇ। ਕਿਸੇ ਨੌਜਵਾਨ ਦਾ ਐਕਸੀਡੈਂਟ ਹੋ ਗਿਆ, ਕਿਸੇ ਦਾ ਹਾਰਟ ਫੇਲ ਹੋ ਗਿਆ, ਉਹ ਕਿਉਂ ਆ? ਉਹ ਇਸ ਸਰਦੀ ਦੀਆਂ ਰਾਤਾਂ 'ਚ ਖੁੱਲ੍ਹੇ 'ਚ ਸੌਂਦੇ ਨੇ,
ਦਬਾਅ ਹੈਗਾ, ਸੰਘਰਸ਼ ਦੇ ਵਿੱਚ ਜੂਝ ਰਹੇ ਨੇ, ਆਪਣੀ ਵਿੱਤ ਤੋਂ ਵੱਧ ਜ਼ੋਰ ਲਾ ਰਹੇ, ਕਿਉਂਕਿ ਮੰਨ ਰਹੇ ਕਿ ਸਾਡੀ ਹੋਂਦ ਦੀ ਲੜਾਈ ਆ। ਹੋਂਦ ਦੀ ਲੜਾਈ ਦੇ ਵਿੱਚ ਉਹ ਆਪਣੀ ਨਿੱਜੀ ਹੋਂਦ ਦੀ ਪਰਵਾਹ ਨਹੀਂ ਕਰ ਰਿਹਾ ਕੋਈ, ਇਸ ਕਰਕੇ ਆਪਣੀ ਨਿੱਜੀ ਹੋਂਦ ਵੀ ਉਹ ਕੁਰਬਾਨ ਕਰ ਰਿਹਾ। ਇਸ ਕਰਕੇ ਆਪਾਂ ਸੰਜੀਦਾ ਹੋਈਏ। ਸਰਕਾਰ ਇਹੀ ਕੁਝ ਚਾਹੁੰਦੀ ਆ। ਅਸੀਂ ਕਿਸੇ ਨੂੰ ਤਲਖੀ ਨਾਲ ਨਹੀਂ ਕਹਿ ਸਕਦੇ, ਕਿ ਤਲਖੀ ਨਾਲ ਕਵਾਂਗੇ ਉਹਦਾ ਠੀਕ ਨਹੀਂ ਨਿਕਲਣਾਗਾ। ਸਰਕਾਰ ਇਹੀ ਕੁਝ ਚਾਹੁੰਦੀ ਆ ਕਿ ਆਪਸ ਦੇ ਵਿੱਚ ਖੈਬੜਨ। ਤਾਂ ਇਹ ਬੇਨਤੀ ਹੋਈ ਆ ਸਾਡੀ ਨੌਜਵਾਨ ਵੀਰਾਂ ਨੂੰ ਵੀ ਇਹ ਗੱਲ ਗਾਂਹ ਤੱਕ ਪਹੁੰਚਾਉਣ ਕਿ ਸ਼ਹਾਦਤਾਂ ਹੋ ਰਹੀਆਂ ਨੇ, ਆਪਾਂ ਠਰੰਮੇ ਦੇ ਨਾਲ, ਸਬਰ ਦੇ ਨਾਲ ਬੈਠੇ ਰਹੀਏ ਔਰ ਦਿੱਲੀ ਨੂੰ ਘੇਰ ਕੇ ਇਸੇ ਤਰ੍ਹਾਂ ਬੈਠੇ ਰਹੀਏ। ਦਿੱਲੀ ਨੂੰ ਝੁਕਾ ਕੇ ਜਿਹੜਾ ਹੈਗਾ ਉਹ ਜਾਵਾਂਗੇ, ਪਰ ਉਹਦੇ ਵਾਸਤੇ ਸੰਜੀਦਗੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਆਖਰੀ ਸਵਾਲ ਆ ਮੇਰਾ, ਰੋਜ਼ ਮੀਟਿੰਗਾਂ ਹੁੰਦੀਆਂ ਸਰਕਾਰ ਵੱਲੋਂ, ਤੁਸੀਂ ਵੀ ਪਿਛਲੀ ਵਾਰ ਕਿਹਾ ਵੀ ਯਾਰ ਜਿਹੜੀਆਂ ਮੀਟਿੰਗਾਂ ਅਸੀਂ ਪਹਿਲਾਂ ਕਰ ਹਟੇ, ਜਦੋਂ ਡਿਸਕਸ ਖੇਤੀਬਾੜੀ ਮੰਤਰੀ ਨਾਲ ਕਰ ਹਟੇ, ਤਾਂ ਅਸੀਂ ਕਿਸੇ ਨਵੇਂ ਮੰਤਰੀ ਦੇ ਨਾਲ ਹੁਣ ਉਹੀ ਸਾਰੀਆਂ ਗੱਲਾਂ ਕਿਉਂ ਕਰਗੇ? ਸਰਕਾਰ ਤੁਸੀਂ ਕਹਿ ਰਹੇ ਹੋ ਲਮਕਾ ਰਹੀ ਆ ਸਾਨੂੰ, ਕਿੰਨਾ ਕੁ ਲਮਕ ਸਕਦਾ? ਕਿਉਂਕਿ ਹੁਣ ਸਾਰੇ ਦੇਸ਼ ਦਾ ਵੀ ਤਾਂ ਪ੍ਰੈਸ਼ਰ ਖੜਾ ਹੋਇਆ ਪਿਆ। ਤੁਸੀਂ ਇੱਕ ਨਵੇਂ ਪ੍ਰੋਗਰਾਮ ਦਿੱਤੇ ਆ ਕਿ ਯਾਰ ਟੋਲ ਪਲਾਜ਼ੇ ਫ੍ਰੀ ਕਰ ਦਈਏ, ਅਸੀਂ ਸਾਰਾ ਕੁਝ ਕਰ ਦਈਏ। ਦੇਖੋ ਨਵਰੀਤ ਜੀ, ਗੱਲ ਇੱਕ ਪਹਿਲਾ ਸਵਾਲ ਥੋੜਾ ਰਹਿ ਗਿਆ ਸੀਗਾ ਕਿ ਅਲੱਗ-ਅਲੱਗ ਰੰਗ ਦੇ ਲੋਕ ਨੇ ਇਹਦੇ 'ਚ। ਉਹਦੇ 'ਚ ਦੇਖੋ, ਇਹਦੇ 'ਚ ਲਾਲ ਵੀ ਆ, ਹਰਾ ਵੀ ਆ, ਚਿੱਟਾ ਵੀ ਆ, ਕੇਸਰੀ ਵੀ ਆ, ਪੀਲਾ ਵੀ ਆ। ਬਿਲਕੁਲ, ਇਹ ਸਤਰੰਗੀ ਪੀਂਘ ਆ ਔਰ ਇਹਦੀ ਖੂਬਸੂਰਤੀ ਵੀ ਇਹੀ ਆ ਕਿ ਇਹ ਕਿਸੇ ਇੱਕ ਰੰਗ 'ਚ ਨਹੀਂ ਹੈ। ਤੋ ਜੋ ਇੱਕੋ ਰੰਗ 'ਚ ਰੰਗਣਾ ਚਾਹੁੰਦੀ RSS BJP, ਇਹ ਉਹਦਾ ਢੁਕਵਾਂ ਜਵਾਬ ਆ ਕਿ ਸਾਰੇ ਰੰਗ ਤੁਹਾਡੇ ਇੱਕ ਰੰਗ ਦੇ ਖਿਲਾਫ, ਜਿਹੜਾ ਤੁਸੀਂ ਠੋਸਣਾ ਚਾਹੁੰਦੇ ਆ ਉਹਦੇ ਖਿਲਾਫ ਜਿਹੜੇ ਹੈਗੇ ਆ ਡਟੇ ਹੋਏ ਆ। ਧਰਮ, ਜਾਤ, ਮਜ਼ਹਬ, ਖਿੱਤਾ, ਬੋਲੀ, ਸਭ ਚੀਜ਼ਾਂ ਤੋਂ ਉੱਪਰ ਉੱਠ ਕੇ ਅੰਗਰੇਜ਼ਾਂ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਸਿਆਸਤ ਲਿਆਂਦੀ। ਜਿੱਥੋਂ ਤੱਕ ਮੈਨੂੰ ਇਤਿਹਾਸ ਦੀ ਥੋੜ੍ਹੀ ਬਹੁਤ ਜਾਣਕਾਰੀ ਹੈਗੀ ਆ, ਕੁਝ ਹੋਰ ਵੱਧ ਜਾਣਕਾਰੀ ਵੀ ਦੱਸ ਸਕਦੇ ਹੈਗੇ ਆ, ਬਹੁਤ ਲੜਾਈਆਂ ਹੋਈਆਂ ਜਿਹਦੇ 'ਚ ਲੋਕਾਂ ਨੇ ਭਾਈਚਾਰੇ ਦਾ ਸਬੂਤ ਦਿੱਤਾ। ਉਹ ਭਾਵੇਂ ਜਲਿਆਂ ਵਾਲੇ ਬਾਗ ਤੋਂ ਪਹਿਲਾਂ ਮਤਲਬ ਜਿਹੜੀ ਅੰਮ੍ਰਿਤਸਰ ਦੇ ਵਿੱਚ ਮੂਵਮੈਂਟ ਸੀ, ਉਹਦੇ 'ਚ ਲੋਕਾਂ ਨੇ ਜਿਹੜਾ ਹਿੰਦੂ ਸਿੱਖ ਮਤਲਬ ਮੁਸਲਮਾਨ ਏਕਤਾ ਦਾ ਜਿਹੜਾ ਸਬੂਤ ਦਿੱਤਾ। ਪਰ ਇਹ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਆ ਉਸ ਅੰਗਰੇਜ਼ਾਂ ਦੀ ਸਿਆਸਤ ਤੋਂ ਬਾਅਦ ਆਪਣੇ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਧਰਮ, ਜਾਤ, ਬੋਲੀ, ਖਿੱਤੇ ਤੋਂ ਉੱਪਰ ਉੱਠ ਕੇ ਏਡੀ ਮੂਵਮੈਂਟ ਹੋਵੇ ਔਰ ਉਹਦਾ ਦਾਇਰਾ ਏਡਾ ਵਿਸ਼ਾਲ ਹੋਵੇ। ਪਹਿਲਾਂ ਮੂਵਮੈਂਟਾਂ ਰਹੀਆਂ ਹੋਣਗੀਆਂ, ਪਰ ਇਹਦਾ ਵਿਸ਼ਾਲ ਇੰਨਾ ਦਾਇਰਾ ਰਿਹਾ ਹੋਵੇ ਕਿ ਜਿਹਨੇ ਪੂਰੀ ਦੁਨੀਆ ਦੇ ਵਿੱਚ ਧੁੰਮ ਪਾਈ ਹੋਵੇ ਕਿ UNO ਬੋਲ ਰਹੀ ਆ, ਦੁਨੀਆ ਦੀਆਂ ਪਾਰਲੀਮੈਂਟਸ ਬੋਲ ਰਹੀਆਂ ਨੇ, ਜਿਹੜੇ ਭਾਰਤੀ ਭਾਈਚਾਰੇ ਤੋਂ ਬੋਲਣਾ ਨੀਗਰੋ ਪ੍ਰੋਟੈਸਟ ਕਰ ਰਹੇ ਹੈਗੇ ਆ ਇਸ ਮੂਵਮੈਂਟ ਦੇ ਪੱਖ ਦੇ ਵਿੱਚ। ਤੋ ਇਹ ਇੱਕ ਬੜੀ ਇਤਿਹਾਸਕ ਮੂਵਮੈਂਟ ਆ ਜਿਹਦੇ 'ਚ ਅਸੀਂ ਗੁਜ਼ਰ ਰਹੇ ਹਾਂ ਔਰ ਸਾਡੀ ਖੁਸ਼ਕਿਸਮਤੀ ਆ ਕਿ ਅਸੀਂ ਇਹਦੇ ਦਰਸ਼ਕ ਨਹੀਂ, ਅਸੀਂ ਇਸ ਇਤਿਹਾਸਕ ਮੂਵਮੈਂਟ ਦੇ ਜਿਹੜੇ ਆ ਉਹ ਪਾਤਰ ਜਿਹੜੇ ਹੈਗੇ ਆ ਉਹ ਬਣੇ ਹੋਏ ਹੈਗੇ। ਛੋਟਾ ਜਿਹਾ ਹੀ ਜਵਾਬ ਦੇ ਦਿਓ, ਹਾਲਾਂਕਿ ਜਵਾਬ ਸਵਾਲ ਵੀ ਨਹੀਂ, ਇੱਕ ਗੱਲ ਹੈ। ਬਹੁਤ ਸਾਰੇ ਦੇਸ਼ ਹੈ ਜਿੱਥੇ ਇਸ ਅੰਦੋਲਨ ਨੂੰ ਦੇਖਿਆ ਜਾ ਰਿਹਾ, ਕਿਸਾਨੀ ਦੇ ਨੂੰ, ਉੱਥੋਂ ਊਰਜਾ ਲੈਣ ਦੀ ਕੋਸ਼ਿਸ਼ ਹੋ ਰਹੀ ਆ। ਦੇਸ਼ਾਂ ਦੇ ਦੇਸ਼ ਜਿਹੜੇ ਸੰਗਠਿਤ ਹੋ ਰਹੇ ਆ, ਇੰਟਰਨੈਸ਼ਨਲ ਮੀਡੀਆ ਇੱਥੋਂ ਤੱਕ ਰਿਪੋਰਟ ਕਰ ਰਿਹਾ। ਕਿਵੇਂ ਕਦੇ ਸੋਚਿਆ ਸੀ ਵੀ ਯਾਰ ਐਡਾ ਵੱਡਾ ਹੋ ਜੂਗਾ? ਮੈਂ ਦੇਖੋ ਮੈਂ ਤਾਂ ਅੱਗੇ ਪਹਿਲਾਂ ਕਿਹਾ, ਬੜੀ ਮਾਣ ਵਾਲੀ ਗੱਲ ਵੀ ਆ ਕਿ ਏਡੀ ਵੱਡੀ ਮੂਵਮੈਂਟ ਆ ਜਿਹਦਾ ਅਸੀਂ ਹਿੱਸਾ, ਔਰ ਇੱਕ ਉਹਦੇ 'ਚ ਸਾਡਾ ਥੋੜ੍ਹਾ ਬਹੁਤ ਯੋਗਦਾਨ ਵੀ ਰਿਹਾ ਕਿ ਅਸੀਂ ਲਗਾਤਾਰ ਇਸ ਮੂਵਮੈਂਟ ਨੂੰ ਬਣਾਉਣ ਦੇ ਸਾਡੇ ਸਾਰੇ ਸੰਗਠਨਾਂ ਨੇ, ਪੰਜਾਬ ਦਿਆਂ ਨੇ ਜਿਹੜੀ ਆ ਕੋਸ਼ਿਸ਼ ਆ ਉਹ ਕੀਤੀ ਆ। ਇਕੱਲਾ ਇਹ ਨਹੀਂ ਕਹਿੰਦੇ ਵੀ ਕਿਰਤੀ ਕਿਸਾਨੀ ਉਹਨਾਂ ਨੇ, ਸਾਰੇ ਪੰਜਾਬ ਦੇ ਜਿੰਨੇ ਵੀ ਲੋਕ ਆ। ਔਰ ਅੱਜ ਜਿਹੜੀ ਹੈਗੀ ਆ ਲੋਕਾਂ ਦੀ ਇਹ ਮੂਵਮੈਂਟ ਜਿਹੜੀ ਆ ਉਹ ਬਣ ਚੁੱਕੀ ਆ। ਮੈਨੂੰ ਜਿਹੜਾ ਉਹ ਗਾਲਿਬ ਦੀ ਉਹ ਗੱਲ ਯਾਦ ਆਉਂਦੀ ਆ ਕਿ ਉਹਨਾਂ ਨੇ ਜਿਵੇਂ ਕਿਹਾ ਸੀਗਾ ਕਿ ਯੂੰ ਹੀ ਨਹੀਂ ਹਮ ਰਗੋਂ ਮੇਂ ਦੌੜਨੇ ਕੇ ਕਾਇਲ, ਜੋ ਆਂਖ ਸੇ ਹੀ ਨਾ ਟਪਕਾ ਤੋ ਲਹੂ ਕਿਆ ਹੈ। ਮਤਲਬ ਸਾਰੀਆਂ ਚੀਜ਼ਾਂ ਬੜੀਆਂ ਕਮਾਲ ਦੀਆਂ ਹੋ ਰਹੀਆਂ ਨੇ। ਮੈਂ ਇਹ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਿਹੜੀ ਕਾਰਪੋਰੇਟ ਖੇਤੀ ਮਾਡਲ ਆ ਉਹਨੇ ਪੂਰੀ ਦੁਨੀਆ 'ਚ ਛੋਟੀ ਦਰਮਿਆਨੀ ਕਿਸਾਨੀ ਤਬਾਹ ਕਰਤੀ। ਕਿਤੇ 30,000 ਕਿੱਲੇ ਦਾ ਫਾਰਮ ਆ, ਕਿਤੇ 40,000 ਕਿੱਲੇ ਦਾ ਫਾਰਮ ਆ, ਛੋਟੀ ਦਰਮਿਆਨੀ ਕਿਸਾਨੀ ਨੂੰ ਖਤਮ ਕਰਕੇ ਪਹਿਲੀ ਵਾਰੀ ਆ ਕਿ ਕਾਰਪੋਰੇਟ ਖੇਤੀ ਮਾਡਲ ਜਿਹੜਾ ਇੱਥੇ ਲਾਗੂ ਹੋਣ ਜਾ ਰਿਹਾ ਉਹਨੂੰ ਚੁਣੌਤੀ ਦਿੱਤੀ ਜਾ ਰਹੀ ਆ। ਇਸ ਕਰਕੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਪੂਰੀ ਦੁਨੀਆ ਦੇ ਜਿਹੜੇ ਮਿਹਨਤਕਸ਼ ਲੋਕ ਨੇ, ਛੋਟੇ ਕਿਸਾਨ ਨੇ, ਉਹ ਇਸ ਅੰਦੋਲਨ ਤੋਂ ਜਿਹੜੀ ਆ ਉਹ ਪ੍ਰੇਰਨਾ ਲੈਣਗੇ ਔਰ ਇਹਦਾ ਪੂਰੀ ਦੁਨੀਆ ਦੇ ਉੱਪਰ ਇੱਕ ਜਿਹੜਾ ਅਸਰ ਆ ਉਹ ਪਊਗਾ। ਜਿਹੜੀ ਸਰਕਾਰ ਗਲੋਬਲਾਈਜੇਸ਼ਨ ਦੀ ਗੱਲ ਕਰਦੀ ਰਹੀ, ਅੱਜ ਜਦੋਂ ਸਾਡਾ ਘੋਲ ਗਲੋਬਲ ਹੋ ਗਿਆ ਤੇ ਉਹਨੂੰ ਜਿਹੜੀ ਹੈਗੀ ਆ ਬੜੀ ਤਕਲੀਫ ਜਿਹੜੀ ਆ ਹੋ ਰਹੀ ਆ। ਪਰ ਇੱਥੋਂ ਦੇ ਲੀਡਰ ਤਾਂ ਗਲੋਬਲ ਨਹੀਂ ਸੀਗੇ, ਪਰ ਸਾਡਾ ਘੋਲ ਜ਼ਰੂਰ ਗਲੋਬਲ ਹੋ ਗਿਆ। ਇਹ ਇੱਥੋਂ ਦੇ ਲੋਕਾਂ ਦੀ ਮਾਣ ਦੀ ਗੱਲ ਆ ਔਰ ਪ੍ਰਾਪਤੀ ਵੀ ਆ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਨਵੀਆਂ ਪੈੜਾਂ ਪਾ ਕੇ ਜਾਊਗਾ। ਬਹੁਤ ਬਹੁਤ ਸ਼ੁਕਰੀਆ ਬਾਈ ਸਮਾਂ ਦੇਣ ਦੇ ਲਈ। ਸਮਾਂ ਥੋੜ੍ਹਾ ਬਾਈ ਵਰਗੇ ਨੇ ਅੱਗੇ ਵੀ ਆਪਣੇ ਕੰਮ ਕਰਨੇ, ਪਰ ਇੰਨਾ ਜ਼ਰੂਰ ਹੈ ਸੰਘਰਸ਼ ਚੱਲ ਰਿਹਾ ਹੈਗਾ। ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਹੈ, ਕਦੇ ਲੱਗਦਾ ਕੋਈ ਹਾਵੀ ਹੋ ਰਿਹਾ, ਕੋਈ ਨਰਮ ਪੈ ਰਿਹਾ, ਪਰ ਸਾਰਿਆਂ ਨੂੰ ਇੱਕ ਗੱਲ ਦੀ ਸਮਝ ਹੈ ਕਿ ਯਾਰ ਕਿਸਾਨੀ ਦਾ ਸੰਘਰਸ਼ ਹੈ ਤੇ ਅਸੀਂ ਜਿੱਤਣਾ, ਕਿਉਂਕਿ ਜਿੱਤਣ ਬਿਨਾਂ ਸਾਡੇ ਕੋਲ ਬਚਣ ਦਾ ਵੀ ਰਾਹ ਕੋਈ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ।